For more scholarship information, subscribe our YouTube channel and press bell icon. ਇਸ YouTube ਚੈਨਲ ਨਾਲ ਜੁੜੇ ਹੋਏ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਤੁਸੀਂ ਇਸ ਚੈਨਲ ਦੇ ਉੱਪਰ ਅਲੱਗ-ਅਲੱਗ ਸਮਿਆਂ ਦੇ ਉੱਤੇ ਨਵੀਆਂ ਸਕਾਲਰਸ਼ਿਪ ਸਕੀਮਸ ਦੇਖਦੇ ਹੋ ਤੇ ਤੁਸੀਂ ਉਹਨਾਂ ਤੋਂ ਸਾਰੇ ਵਿਦਿਆਰਥੀ ਫਾਇਦਾ ਲੈਂਦੇ ਹੋ। ਸੋ ਅੱਜ ਵੀ ਤੁਹਾਡੇ ਨਾਲ ਅਸੀਂ ਨਵੀਂ ਸਕਾਲਰਸ਼ਿਪ ਲੈ ਕੇ ਹਾਜ਼ਰ ਹੋਏ ਹਾਂ। ਸੋ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਨੇ ਡਾਕਟਰ ਪੰਜੀ ਸਿੰਘ ਜੀ। ਸੋ ਅੱਜ ਅਸੀਂ ਤੁਹਾਡੇ ਨਾਲ ਇੱਕ ਨਵੀਂ ਸਕਾਲਰਸ਼ਿਪ ਬਾਰੇ ਗੱਲ ਕਰਾਂਗੇ। ਉਸ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜੇ ਤੁਸੀਂ ਅੱਜ ਪਹਿਲੀ ਵਾਰੀ ਚੈਨਲ 'ਤੇ ਆਏ ਹੋ ਤਾਂ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਸਕੇ ਨਵੀਂ ਵੀਡੀਓ ਦਾ। ਸੋ ਗੱਲਬਾਤ ਕਰਦੇ ਹਾਂ ਤੇ ਅੱਜ ਰੋਡਸ ਸਕਾਲਰਸ਼ਿਪ ਬਾਰੇ ਗੱਲ ਕਰਦੇ ਹਾਂ ਤੇ ਇਸ ਦੀ ਵਿਲੱਖਣਤਾ ਕੀ ਆ ਤੇ ਕਿੰਨਾ ਬੱਚਿਆਂ ਨੂੰ ਮਿਲਦੀ ਹੈ ਤੇ ਕੌਣ ਫਾਇਦਾ ਲੈ ਸਕਦਾ, ਕਿਹੜੀ ਕੰਟਰੀ ਲਈ, ਕਿਉਂਕਿ ਇਹ ਸਕਾਲਰਸ਼ਿਪ ਜਿਹੜੀ ਆ ਉਹ ਇੰਟਰਨੈਸ਼ਨਲ ਸਕਾਲਰਸ਼ਿਪ ਆ। ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਪੰਜੀ ਸਿੰਘ ਉਹਨਾਂ ਦਾ। ਥੈਂਕ ਯੂ ਡਾਕਟਰ ਸਾਹਿਬ। ਸੋ ਰੋਡਸ ਸਕਾਲਰਸ਼ਿਪ ਜਿਹੜੀ ਕਿ ਪੂਰੇ ਸੰਸਾਰ ਵਿੱਚੋਂ ਸਿਰਫ ਤੇ ਸਿਰਫ 100 ਬੱਚਿਆਂ ਨੂੰ ਮਿਲਦੀ ਆ। ਸੋ ਕੀ ਪਰਪਸ ਆ ਰੋਡਸ ਟਰਸਟ ਦਾ, ਉਹ ਕਿੰਨਾ ਵਿਦਿਆਰਥੀਆਂ ਨੂੰ ਇਹ ਸਕਾਲਰਸ਼ਿਪ ਦੇਣੀ ਚਾਹੁੰਦੀ ਹੈ ਤੇ ਕਿੰਨੇ ਪੈਸਿਆਂ ਦੀ ਹੈ ਜਾਂ ਕਿੱਥੇ ਜਾ ਕੇ ਬੱਚਾ ਜਿਹੜਾ ਪੜ੍ਹੇਗਾ। ਸੋ ਸਭ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਥੋੜ੍ਹਾ ਓਵਰਵਿਊ ਦਿਓ ਰੋਡ ਸਕਾਲਰਸ਼ਿਪ ਦਾ। ਦੋਸਤੋ, ਇਹ ਜਿਹੜੀ ਸਕਾਲਰਸ਼ਿਪ ਹੈ ਬੜੀ ਹੀ ਵਿਲੱਖਣ ਅਤੇ ਬੜੀ ਸਪੈਸ਼ਲ ਕਿਸਮ ਦੀ ਸਕਾਲਰਸ਼ਿਪ ਹੈ। ਰੋਡਸ ਸਕਾਲਰਸ਼ਿਪ ਜਿਹੜੀ ਕਿ ਆਕਸਫੋਰਡ ਟਰਸਟ ਵੱਲੋਂ 1903 ਤੋਂ ਲੈ ਕੇ ਹੁਣ ਤੱਕ ਦਿੱਤੀ ਜਾਂਦੀ ਹੈ। ਹਰ ਸਾਲ ਸੰਸਾਰ ਭਰ ਦੇ ਵਿੱਚ ਇਹ ਲਗਭਗ 100 ਸਕਾਲਰਸ਼ਿਪ ਵਰਲਡ ਵਾਈਡ ਦਿੱਤੀਆਂ ਜਾਂਦੀਆਂ ਨੇ, ਜਿਹਦੇ 'ਚੋਂ 5 ਸਕਾਲਰਸ਼ਿਪਸ ਜਿਹੜੀਆਂ ਨੇ ਉਹ ਹਿੰਦੁਸਤਾਨ ਯਾਨੀ ਕਿ ਇੰਡੀਆ ਦੇ ਹਿੱਸੇ ਆਉਂਦੀਆਂ ਨੇ। ਅਤੇ ਥੋੜ੍ਹਾ ਜਿਹਾ ਹਿਸਟਰੀ ਵੱਲ ਝਾਤ ਮਾਰੀਏ ਆਪਾਂ ਤਾਂ 1947 ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਸਕਾਲਰਸ਼ਿਪ ਆ ਉਹ ਇੰਡੀਆ ਨੂੰ ਮਿਲੀ ਸੀ ਅਤੇ ਹੁਣ ਤੱਕ ਲਗਭਗ 200 ਸਕਾਲਰਸ਼ਿਪ ਜਿਹੜੀਆਂ ਨੇ ਇਹ ਇੰਡੀਆ ਨੂੰ ਮਿਲ ਚੁੱਕੀਆਂ ਨੇ। ਸੋ ਤੁਹਾਡੇ ਕਹਿਣ ਦਾ ਭਾਵ ਹੈ ਕਿ ਸਿਰਫ ਤੁਸੀਂ ਦੇਖੋ ਭਾਰਤ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਸਿਰਫ 5 ਨੂੰ ਮਿਲਦੀ ਹੈ। ਇਹਦਾ ਮਤਲਬ ਕਿ ਬਹੁਤ ਸਾਰਾ ਕੰਪੀਟੀਸ਼ਨ ਹੋਏਗਾ, ਬਹੁਤ ਸਾਰੀਆਂ ਕੰਡੀਸ਼ਨਸ ਹੋਣਗੀਆਂ ਜਿਹੜੀਆਂ ਕਿ ਬਹੁਤ ਵਿਦਿਆਰਥੀ ਨੂੰ ਫੁੱਲਫਿਲ ਕਰਨੀਆਂ ਪੈਣਗੀਆਂ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਕ੍ਰਾਈਟੇਰੀਆ ਕੀ ਹੈ ਇਹਦਾ ਜੀ। ਕ੍ਰਾਈਟੇਰੀਆ ਜੋ ਹੈ, ਸਭ ਤੋਂ ਪਹਿਲਾਂ ਤਾਂ ਆਕਸਫੋਰਡ ਜੋ ਟਰਸਟ ਹੈ, ਤੁਹਾਨੂੰ ਪਤਾ ਕਿ ਵਰਲਡ ਦੀਆਂ ਟੌਪ ਮੋਸਟ ਯੂਨੀਵਰਸਿਟੀਜ਼ ਦੇ ਵਿੱਚ ਆਉਂਦਾ, ਟੌਪ 5 ਯੂਨੀਵਰਸਿਟੀਜ਼ ਦੇ ਵਿੱਚ ਆਉਂਦਾ, ਜਿਹਦੇ 'ਚੋਂ ਸਾਡੇ ਕੋਲ ਕੈਂਬਰਿਜ ਵੀ ਹੈ, MIT ਵੀ ਹੈ। ਇਹ ਵਰਲਡ ਵਾਈਡ ਜਿਹੜਾ ਕੰਪੀਟੀਸ਼ਨ ਦੇ ਵਿੱਚ ਯੂਨੀਵਰਸਿਟੀ ਹੈ। ਤਾਂ ਇਹਨਾਂ ਜੋ ਮੇਨ ਪਰਪਸ ਹੈ ਕਿ ਪੂਰੇ ਸੰਸਾਰ ਭਰ ਦੇ ਵਿੱਚੋਂ ਜਿਹੜੇ ਬਹੁਤ ਹੀ ਜ਼ਿਆਦਾ ਵਿਲੱਖਣ ਅਤੇ ਟੈਲੈਂਟ ਰੱਖਣ ਵਾਲੇ ਸਟੂਡੈਂਟ ਨੇ ਉਹ ਇਸ ਸਕਾਲਰਸ਼ਿਪ ਦਾ ਫਾਇਦਾ ਲੈ ਕੇ ਇੱਥੇ ਆ ਕੇ ਪੜ੍ਹਾਈ ਕਰ ਸਕਦੇ ਨੇ। ਇਹ ਮੇਨ ਸਕਾਲਰਸ਼ਿਪ ਜਿਹੜਾ ਵਾ ਇਹ 4 ਪੁਆਇੰਟਸ ਦੇ ਉੱਤੇ ਖੜ੍ਹਾ ਹੈ, ਜਿਹਦੇ 'ਚੋਂ ਸਭ ਤੋਂ ਪਹਿਲਾ ਪੁਆਇੰਟ ਹੈ ਐਕੈਡਮਿਕ ਐਕਸਲੈਂਸ। ਅਤੇ ਜੇ ਆਪਾਂ ਗੱਲ ਕਰੀਏ ਤਾਂ ਇਹ ਤੁਸੀਂ ਕਿਹਾ ਜਿੱਦਾਂ ਆਕਸਫੋਰਡ ਯੂਨੀਵਰਸਿਟੀ ਜਿਹੜੀ ਮੈਨੂੰ ਲੱਗਦਾ ਵਰਲਡ ਦੀ ਬਹੁਤ ਟੌਪ ਮੋਸਟ ਯੂਨੀਵਰਸਿਟੀ ਆ। ਸੋ ਇੱਥੇ ਪੜ੍ਹਨਾ ਹੀ ਬਹੁਤ ਵੱਡੀ ਗੱਲ ਆ, ਪਰ ਇਹਦੇ ਨਾਲ ਇਹ ਸਕਾਲਰਸ਼ਿਪ ਮਿਲਣੀ ਤਾਂ ਬਹੁਤ ਵੱਡੀ ਗੱਲ ਆ। ਅਤੇ ਕਿੰਨੇ ਲੱਖ ਦੀ ਸਕਾਲਰਸ਼ਿਪ ਹੈ ਜੇ ਆਪਾਂ ਪੈਸਿਆਂ ਦੇ ਵਿੱਚ ਗੱਲ ਕਰੀਏ? ਹਾਂਜੀ, ਪੈਸਾ ਇਹ ਲਗਭਗ 50 ਲੱਖ ਤੱਕ ਦੀ ਸਕਾਲਰਸ਼ਿਪ ਫੁੱਲੀ ਫੰਡਡ ਸਕਾਲਰਸ਼ਿਪ ਜਿਹੜੀ ਹੈ ਬੱਚੇ ਨੂੰ ਮਿਲ ਜਾਂਦੀ ਆ, ਜਿਹਦੇ 'ਚੋਂ ਉਹ A to Z ਤੱਕ ਦਾ ਜਿਹੜਾ ਖਰਚਾ ਸਾਰਾ ਤੁਹਾਡਾ ਯੂਨੀਵਰਸਿਟੀ ਚੱਕਦੀ ਆ। ਅਤੇ ਇਹ ਜਿਹੜੀ ਸਕਾਲਰਸ਼ਿਪ ਹੈ ਇਹ 2 ਸਾਲ ਲਈ ਮਿਲਦੀ ਹੈ ਬੱਚੇ ਨੂੰ, ਅਤੇ ਜਿਹਦੇ 'ਚ ਉਹ ਅਲੱਗ-ਅਲੱਗ ਕੋਰਸਿਸ ਨੇ ਜਿਹੜੇ ਆਪਾਂ ਅੱਗੇ ਚੱਲ ਕੇ ਡਿਸਕਸ ਕਰਾਂਗੇ। ਜੇ ਉਸ ਤੋਂ ਪਹਿਲਾਂ ਆਪਾਂ ਗੱਲ ਕਰੀਏ ਤਾਂ ਕਿੰਨਾ ਵਿਦਿਆਰਥੀ ਨੇ, ਜਿਵੇਂ ਬੱਚੇ 10ਵੀਂ ਕਰਦੇ ਆ ਜਾਂ 12ਵੀਂ ਕਰਦੇ ਆ ਜਾਂ ਗ੍ਰੈਜੂਏਸ਼ਨ ਤੋਂ ਬਾਅਦ? ਉਹ ਮੈਂ ਦੱਸ ਦਿੰਦਾ, ਇਹਦੀਆਂ ਅਲੱਗ-ਅਲੱਗ ਕੈਟਾਗਰੀਜ਼ ਨੇ। ਸਭ ਤੋਂ ਪਹਿਲਾਂ ਤਾਂ ਕੈਟਾਗਰੀ, ਉਸ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਤਾਂ ਇਹਦੇ 'ਚ ਜ਼ਰੂਰੀ ਨਹੀਂ ਕਿ ਹਰ ਇੱਕ ਖੇਤਰ ਦਾ ਵਿਦਿਆਰਥੀ, ਜਿੱਦਾਂ ਮਿਊਜ਼ਿਕ, ਡਾਂਸ, ਸਪੋਰਟਸ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਟੈਲੈਂਟ ਤੁਹਾਡੇ ਕੋਲ ਹੈਗਾ, ਸਾਇੰਸ ਦੇ ਸਟੂਡੈਂਟ ਹੋ ਗਏ, ਇੰਜੀਨੀਅਰਿੰਗ ਦੇ ਸਟੂਡੈਂਟ ਹੋ ਗਏ, ਉਹ ਆਪਣੇ ਟੈਲੈਂਟ ਨੂੰ ਦਿਖਾ ਕੇ ਸਕਾਲਰਸ਼ਿਪ ਲੈ ਸਕਦੇ ਨੇ। ਅਤੇ ਮੇਨ ਮਕਸਦ ਜਿਹੜਾ ਆਕਸਫੋਰਡ ਵਾਲਿਆਂ ਦਾ ਇਹ ਆ ਕਿ ਵਰਲਡ ਦੇ ਵਿੱਚ ਜਾ ਕੇ ਤੁਸੀਂ ਆਪਣਾ ਜਿਹੜਾ ਟਰਸਟ ਹੈ, ਮੈਨਕਾਇੰਡ ਦੀ ਜਿਹੜੀ ਸੇਵਾ ਹੈ ਉਹ ਕਰੋ ਇੱਥੋਂ ਸਕਾਲਰਸ਼ਿਪ ਲੈ ਕੇ। ਇਹਦੀਆਂ ਅਲੱਗ-ਅਲੱਗ ਕੈਟਾਗਰੀਜ਼ ਨੇ। ਸਭ ਤੋਂ ਪਹਿਲੀ ਕੈਟਾਗਰੀ ਦੇ ਵਿੱਚ ਆ ਜਾਂਦੀ ਹੈ ਜਿਹੜੇ ਬੱਚੇ +2 ਪਾਸ ਕਰਦੇ ਨੇ। +2 ਪਾਸ ਕਰਨ ਤੋਂ ਬਾਅਦ ਇਮੀਡੀਏਟਲੀ ਉਹਨਾਂ ਨੂੰ ਗ੍ਰੈਜੂਏਸ਼ਨ ਕਰਨੀ ਪੈਂਦੀ ਹੈ। ਗ੍ਰੈਜੂਏਸ਼ਨ ਪ੍ਰੋਗਰਾਮ, ਅਸਲ ਤੌਰ 'ਤੇ ਇੰਡੀਆ ਦੇ ਵਿੱਚ ਆਪਾਂ ਗ੍ਰੈਜੂਏਸ਼ਨ ਕਹਿ ਦਿੰਦੇ ਹਾਂ, ਬਾਹਰ ਇਹਨੂੰ ਅੰਡਰ ਗ੍ਰੈਜੂਏਸ਼ਨ ਕਹਿ ਦਿੰਦੇ ਨੇ। ਅੰਡਰ ਗ੍ਰੈਜੂਏਸ਼ਨ ਪ੍ਰੋਗਰਾਮ ਦੇ ਲਈ ਉਹ ਬੱਚੇ ਜਿਹੜੇ ਨੇ ਸਕਾਲਰਸ਼ਿਪ ਲੈ ਸਕਦੇ ਨੇ। ਦੂਸਰੀ ਕੈਟਾਗਰੀ ਦੇ ਵਿੱਚ ਜਿਹੜੇ ਬੱਚੇ ਇੱਥੋਂ ਗ੍ਰੈਜੂਏਸ਼ਨ ਕਰਦੇ ਨੇ, ਯਾਨੀ ਕਿ BA, BSc, BTech ਵਗੈਰਾ ਕਰਕੇ ਜਾਂਦੇ ਨੇ, ਉਹ ਆਪਣੀ ਮਾਸਟਰ ਡਿਗਰੀ ਦੇ ਲਈ ਇਹ ਸਕਾਲਰਸ਼ਿਪ ਜਿਹੜੀ ਅਵੇਲ ਕਰ ਸਕਦੇ ਨੇ। ਤੀਸਰੀ ਕੈਟਾਗਰੀ ਦੇ ਵਿੱਚ ਜਿਹੜੇ ਬੱਚੇ ਇੱਥੋਂ ਮਾਸਟਰ ਕਰਕੇ ਜਾਂਦੇ ਨੇ, ਉੱਥੇ ਜਾ ਕੇ DPhil, ਜਿਹਨੂੰ ਆਪਾਂ ਇੰਡੀਆ ਦੇ ਵਿੱਚ MPhil ਵੀ ਕਹਿ ਦਿੰਦੇ ਹਾਂ, DPhil ਦੀ ਡਿਗਰੀ ਦੇ ਲਈ ਸਕਾਲਰਸ਼ਿਪ ਲੈ ਸਕਦੇ ਨੇ। ਸੋ ਜੇ ਆਪਾਂ ਝਾਤ ਮਾਰੀਏ ਤਾਂ ਪਿਛਲੇ ਸਮੇਂ ਦੇ ਵਿੱਚ ਜੇ ਪੰਜਾਬ ਦੀ ਗੱਲ ਕਰੀਏ, ਕਿਉਂਕਿ ਪੰਜਾਬ ਦੇ ਸਟੂਡੈਂਟ ਨੇ ਜਿਹੜੇ ਉਹ ਉੱਚ ਪੱਧਰੀ ਜਿਹੜੀਆਂ ਦੇਸ਼ ਦੀਆਂ ਵਿਦੇਸ਼ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਬਹੁਤ ਥਾਵੇਂ ਗਏ ਨੇ। ਸੋ ਆਪਣੇ ਕਿਸੇ ਪੰਜਾਬੀ ਨੇ ਸਕਾਲਰਸ਼ਿਪ ਪ੍ਰਾਪਤ ਕੀਤੀ ਹੈ ਹੁਣ ਤੱਕ? ਹਾਂਜੀ ਜੀ, ਪੈਸਾ ਵਾ ਪਿਛਲੇ ਸਾਲ ਹੀ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪ੍ਰੋਫੈਸਰ ਸਾਹਿਬ ਨੇ, ਉਹਨਾਂ ਦੀ ਬੇਟੀ ਹੈ ਜਲਰੀਤ ਕੌਰ,
ਜਲਨੀਤ ਕੌਰ ਨੇ ਸਕਾਲਰਸ਼ਿਪ ਪ੍ਰਾਪਤ ਕੀਤੀ ਹੈ ਤੇ ਉਹਨੂੰ 50 ਲੱਖ ਰੁਪਏ ਦੀ ਫੁੱਲ ਸਕਾਲਰਸ਼ਿਪ ਜਿਹੜੀ ਆ ਬਾਹਰ ਜਾ ਕੇ ਆਕਸਫੋਰਡ ਯੂਨੀਵਰਸਿਟੀ ਹੁਣ ਦਾ ਤੱਕ ਮੌਕਾ ਮਿਲਿਆ। ਕਿੰਨੀਆਂ ਇਹ ਭਾਰਤ ਵਿੱਚੋਂ ਕਿੰਨੇ ਬੱਚਿਆਂ ਨੂੰ ਮਿਲ ਚੁੱਕੀ ਆ? ਇਹ 1947 ਤੋਂ ਲੈ ਕੇ ਹੁਣ ਤੱਕ 200 ਬੱਚੇ ਜਿਹੜੇ ਨੇ ਭਾਰਤ ਦੇ ਵਿੱਚ ਇਹ ਸਕਾਲਰਸ਼ਿਪ ਲੈ ਚੁੱਕੇ ਨੇ। ਜੀ, ਜੇ ਆਪਾਂ ਲਾਸਟ ਡੇਟ ਦੀ ਗੱਲ ਕਰੀਏ, ਕਿਉਂਕਿ ਹੁਣ ਇਹ ਕਰੰਟ ਸਕਾਲਰਸ਼ਿਪ ਚੱਲ ਰਹੀ ਆ, ਤਾਂ ਜਿਹੜੇ ਵਿਦਿਆਰਥੀ ਇਹ ਸਕਾਲਰਸ਼ਿਪ ਲਈ ਇੱਛੁਕ ਨੇ ਤਾਂ ਉਹ ਭਰ ਸਕਦੇ ਨੇ, ਤੇ ਲਾਸਟ ਡੇਟ ਕਦੋਂ ਹੈ ਇਸ ਦੀ? ਅਸਲ ਤੌਰ ਤੇ ਇਹ ਆਨਲਾਈਨ ਹੀ ਐਪਲੀਕੇਸ਼ਨ ਪ੍ਰੋਸੀਜਰ ਹੈਗਾ ਇਹਦਾ, ਤੇ ਸ਼ੁਰੂ ਹੋ ਚੁੱਕਾ 1 ਜੂਨ 2021 ਤੋਂ ਲੈ ਕੇ। ਤੇ ਇਹਨੂੰ ਜੇ ਤੁਸੀਂ ਇੱਕ ਵਾਰ ਪ੍ਰੋਸੀਜਰ ਸਟਾਰਟ ਕਰ ਲਿਆ ਭਰਨ ਦਾ, ਤਾਂ ਲਾਸਟ ਜਿਹੜੇ ਡਾਕੂਮੈਂਟਸ ਨੇ ਫਾਈਨਲ ਸਬਮਿਸ਼ਨ ਜਿਹੜਾ ਹੈਗਾ ਤੁਸੀਂ 2 ਅਗਸਤ 2021 ਤੱਕ ਇਹਨੂੰ ਕਰ ਸਕਦੇ ਹੋ। ਮਤਲਬ ਸਾਰਾ ਆਪਾਂ ਜਿਹੜਾ ਆਨਲਾਈਨ ਹੀ ਫਾਰਮ ਜਿਹੜਾ ਇਹ ਭਰਨਾ ਨਾ। ਬਟ ਇਹਦੇ 'ਚ ਇੱਕ ਐਕਸੈਪਸ਼ਨਲ ਕੇਸ ਵੀ ਹੈ ਕਿ ਜਿਹੜੇ ਸਾਇੰਸ ਦੇ ਸਟੂਡੈਂਟ ਨੇ, ਇੰਜੀਨੀਅਰਿੰਗ ਦੇ ਨੇ, ਮੈਡੀਕਲ ਦੇ ਨੇ, ਉਹਨਾਂ ਦੇ ਲਈ ਐਕਸੈਪਸ਼ਨਲ ਕੇਸ ਹੈਗਾ 3 ਦਸੰਬਰ 2021 ਤੱਕ ਉਹ ਭਰ ਸਕਦੇ ਨੇ ਇਹਦੇ ਵਿੱਚ। ਜੀ, ਜੇ ਐਲੀਜੀਬਿਲਟੀ ਕ੍ਰਾਈਟੇਰੀਆ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਦੋਸਤੋ ਇਹਦੇ ਵਿੱਚ ਤੁਹਾਡੇ ਕੋਲ ਇੰਡੀਅਨ ਨੈਸ਼ਨੈਲਿਟੀ ਹੋਣੀ ਚਾਹੀਦੀ ਹੈ। ਹਾਂ, ਇਹ ਮੈਂ ਤੁਹਾਨੂੰ ਦੱਸ ਦੇਣਾ। ਸਭ ਤੋਂ ਪਹਿਲਾਂ ਤੁਹਾਡੇ ਕੋਲੇ ਜਿਹੜੀ ਆ ਨੈਸ਼ਨੈਲਿਟੀ ਇੰਡੀਆ ਦੀ ਹੋਣੀ ਚਾਹੀਦੀ ਆ, ਤੇ ਜਿਹਦੇ 'ਚ ਤੁਸੀਂ ਐਜ਼ ਏ ਪਾਸਪੋਰਟ ਤੁਹਾਡਾ ਉਹਦਾ ਪ੍ਰੂਫ ਬਣ ਜਾਏਗਾ ਸਿਟੀਜ਼ਨਸ਼ਿਪ ਦਾ। ਦੂਸਰਾ ਤੁਹਾਡਾ ਏਜ ਪ੍ਰੂਫ ਹੋ ਜਾਏਗਾ, ਉਹਦੇ 'ਚ ਤੁਹਾਡਾ ਵੋਟਰ ਆਈਡੀ ਕਾਰਡ, ਆਧਾਰ ਕਾਰਡ ਜਾਂ ਈਵਨ ਪਾਸਪੋਰਟ ਵੀ ਚੱਲ ਸਕਦਾ। ਤੇ ਤੀਸਰਾ ਹੈਗਾ ਤੁਹਾਡਾ ਕਿ ਜੇ ਤੁਸੀਂ ਮੰਨ ਲਓ +2 ਤੋਂ ਬਾਅਦ ਕਰਕੇ ਜਾਂਦੇ ਹੋ, ਤਾਂ +2 ਤੋਂ ਬਾਅਦ ਤੁਹਾਡੀ ਜਿਹੜੀ ਏਜ ਹੈ ਉਹ 1 ਅਕਤੂਬਰ 2021 ਦੇ ਵਿੱਚ 18 ਸਾਲ ਤੋਂ ਉੱਪਰ ਹੋ ਜਾਣੀ ਚਾਹੀਦੀ ਆ। ਤੇ +2 ਤੋਂ ਬਾਅਦ ਮੈਕਸਿਮਮ ਜਿਹੜੀ ਏਜ ਲਿਮਿਟ ਹੈ ਉਹ 24 ਸਾਲ ਹੈ, ਮਤਲਬ 18 ਤੋਂ 24 ਦੇ ਵਿੱਚ ਤੁਹਾਡੀ ਏਜ ਹੋਣੀ ਚਾਹੀਦੀ ਆ ਜੇ ਤੁਸੀਂ ਇਹ ਸਕਾਲਰਸ਼ਿਪ ਭਰਨਾ ਹੈ। ਤੇ ਦੂਸਰੀ ਗੱਲ ਆ ਜਾਂਦੀ ਹੈ ਗ੍ਰੈਜੂਏਸ਼ਨ ਪ੍ਰੋਗਰਾਮ ਦੇ ਲਈ, ਜਾਣੀ ਕਿ ਅੰਡਰ ਗ੍ਰੈਜੂਏਸ਼ਨ। ਉਹਨਾਂ ਦੇ ਹਿਸਾਬ ਦੇ ਨਾਲ ਅੰਡਰ ਗ੍ਰੈਜੂਏਸ਼ਨ ਪ੍ਰੋਗਰਾਮ ਦੇ ਲਈ ਤੁਹਾਡੀ ਮੈਕਸਿਮਮ ਏਜ ਜਿਹੜੀ ਆ ਉਹ 27 ਈਅਰਸ ਹੋਣੀ ਚਾਹੀਦੀ ਆ। ਸੇਮ ਇਜ਼ ਫॉर ਦੀ ਡੀ.ਫਿਲ ਡਿਗਰੀ। ਜੀ, ਜੇ ਆਪਾਂ ਇਹ ਅਪਲਾਈ ਕਰਨਾ ਤੇ ਵੈਬਸਾਈਟ ਬਾਰੇ ਤੁਸੀਂ ਦੱਸੋਗੇ ਪਹਿਲਾਂ, ਸਭ ਤੋਂ ਪਹਿਲਾਂ ਕਿ ਕਿਹੜੀ ਵੈਬਸਾਈਟ ਤੇ ਜਾ ਕੇ ਆਪਾਂ ਇਹ ਆਨਲਾਈਨ ਫਾਰਮ ਜਿਹੜਾ ਭਰ ਸਕਦੇ ਹਾਂ? ਕਿੱਥੋਂ ਜਿਹੜੇ ਸਾਡੇ ਦਰਸ਼ਕ ਜਿਹੜੇ ਆ ਉਹ ਇੰਸਟਰਕਸ਼ਨਸ ਪੜ੍ਹ ਸਕਦੇ ਨੇ? ਠੀਕ ਹੈ ਜੀ, ਇਹਦੀ ਜਿਹੜੀ ਫੁੱਲ ਡਿਟੇਲ ਆ ਜਿਹੜੀ ਆ www.rhodeshouse.ox.ac.uk ਦੀ ਜਿਹੜੀ ਵੈਬਸਾਈਟ ਆ ਉਹਨੂੰ ਤੁਸੀਂ ਖੋਲ੍ਹ ਕੇ ਇਹ ਸਾਰੀਆਂ ਡਿਟੇਲਸ ਜਿਹੜੀਆਂ ਨੇ ਲੈ ਸਕਦੇ ਹੋ। ਇੰਡੀਅਨ ਸਟੂਡੈਂਟਸ ਲਈ ਉੱਥੇ ਇੱਕ ਵੱਖਰਾ ਕਾਲਮ ਬਣਿਆ ਹੋਇਆ, ਜਦੋਂ ਤੁਸੀਂ ਉਹਦੇ ਕਲਿੱਕ ਕਰੋਗੇ ਤੁਹਾਨੂੰ ਸਾਰੀਆਂ ਐਲੀਜੀਬਿਲਟੀਜ਼, ਸਾਰੀਆਂ ਰਿਕੁਆਇਰਮੈਂਟਸ, ਸਾਰੀਆਂ ਸਟੈਪ ਬਾਏ ਸਟੈਪ ਤੁਹਾਨੂੰ ਦੱਸੀਆਂ ਹੋਣਗੀਆਂ। ਤੇ ਮੈਂ ਬੇਨਤੀ ਕਰਾਂਗਾ ਜਦੋਂ ਵੀ ਤੁਸੀਂ ਇਹਨੂੰ ਭਰਨਾ ਹੋਵੇ ਤਾਂ ਇੱਕ ਵਾਰ ਚੰਗੀ ਤਰ੍ਹਾਂ ਇਹਨੂੰ ਡਿਟੇਲ ਦੇ ਵਿੱਚ ਸਟੱਡੀ ਕਰਕੇ ਆਪਣੇ ਪੁਆਇੰਟਸ ਜਿਹੜੇ ਨੇ ਇੱਕ ਵਾਰ ਕਾਗਜ਼ 'ਤੇ ਵੀ ਲਿਖ ਲੈਣਾ, ਤਾਂ ਕਿ ਕੋਈ ਵੀ ਸਾਡੇ ਤੋਂ ਗਲਤੀ ਨਾ ਹੋਵੇ। ਕਿਉਂਕਿ ਇਹਦੇ 'ਚ ਜਿਹੜੀ ਕੰਡੀਸ਼ਨ ਹੈ ਕਿ ਜੇ ਤੁਸੀਂ ਇੱਕ ਵਾਰ ਐਪਲੀਕੇਸ਼ਨ ਸ਼ੁਰੂ ਕਰਤੀ ਤਾਂ ਇੱਕ ਵਾਰ ਜੇ ਤੁਹਾਨੂੰ ਸਕਾਲਰਸ਼ਿਪ ਨਹੀਂ ਮਿਲੀ ਤਾਂ ਨੈਕਸਟ ਟਾਈਮ ਸਿਰਫ ਇੱਕ ਵਾਰ ਹੋਰ ਭਰ ਸਕਦੇ ਹੋ, ਮਤਲਬ ਤੁਹਾਨੂੰ ਸਿਰਫ 2 ਵਾਰੀ ਭਰ ਸਕਦੇ ਹੋ, 2 ਵਾਰ ਚਾਂਸ ਮਿਲਣਗੇ। ਹਾਂਜੀ, ਸੋ ਜਿਸ ਤਰ੍ਹਾਂ ਹਰ ਸਕਾਲਰਸ਼ਿਪ ਦੇ ਲਈ ਅਕੈਡਮਿਕ ਕੰਡੀਸ਼ਨਸ ਜਿਹੜੇ ਨੇ ਇੰਪੋਰਟੈਂਟ ਹੁੰਦੇ ਆ, ਸੋ ਇਹਦੇ ਲਈ ਅਕੈਡਮਿਕਸ ਤੋਂ ਇਲਾਵਾ ਹੋਰ ਕੀ ਚੀਜ਼ਾਂ ਨੇ ਜਿਹੜੀਆਂ ਇਹ ਰੋਡ ਸਕਾਲਰਸ਼ਿਪ ਜਿਹੜੀ ਆ, ਕਿਉਂਕਿ ਇਹ ਬਹੁਤ ਘੱਟ ਨੂੰ ਮਿਲਦੀ ਆ, ਤਾਂ ਹੋਰ ਕੀ ਇਹ 'ਚ ਇੰਸਟਰਕਸ਼ਨਸ ਨੇ, ਕ੍ਰਾਈਟੇਰੀਆ ਕੀ ਆ ਹੋਰ ਇਹਦੇ ਵਿੱਚ? ਜਿਸ ਤਰ੍ਹਾਂ ਆਪਾਂ ਅਕੈਡਮਿਕ ਐਕਸਲੈਂਸ ਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਪੁਆਇੰਟ ਸੀਗਾ ਵੀ ਫਸਟ ਕਲਾਸ ਡਿਗਰੀ ਹੋਣੀ ਚਾਹੀਦੀ ਹੈ ਤੁਹਾਡੀ। ਤੇ ਇੱਕ ਗੱਲ ਮੈਂ ਇਹਦੇ 'ਚ ਹੋਰ ਐਡ ਕਰਨਾ ਚਾਹੂੰਗਾ ਭਾਈ ਸਾਹਿਬ ਕਿ ਜੀ ਮੇਨ ਕੰਡੀਸ਼ਨ ਜਿਹੜੀ ਹੈਗੀ ਆ ਕਿ ਪਿਛਲੇ 10 ਸਾਲ ਦੇ ਵਿੱਚ ਤੁਸੀਂ ਭਾਰਤ ਦੇ ਵਿੱਚ ਮਿਨੀਮਮ 10 ਦੇ ਵਿੱਚੋਂ 4 ਸਾਲ ਜਿਹੜੀ ਆ ਸਟੱਡੀ ਕੀਤੀ ਹੋਣੀ ਇੰਡੀਆ ਦੇ ਵਿੱਚ ਜ਼ਰੂਰੀ ਹੈ। ਮਤਲਬ ਗੈਪ ਨਹੀਂ ਹੋਣਾ ਚਾਹੀਦਾ, 4 ਸਾਲ ਲਗਾਤਾਰ ਹੋਣੀ ਚਾਹੀਦੀ ਹੈ। ਤੇ ਬਾਕੀ ਮੈਂ ਆਲਰੇਡੀ ਦੱਸ ਚੁੱਕਿਆ ਕੈਟਾਗਰੀਜ਼ ਜਿਹੜੀਆਂ ਨੇ ਤੁਹਾਨੂੰ, ਮਿਊਜ਼ਿਕ ਹੋ ਗਿਆ, ਡਾਂਸ ਹੋ ਗਿਆ, ਸਪੋਰਟਸ ਹੋ ਗਿਆ, ਸਾਇੰਸ ਹੋ ਗਈ, ਇੰਜੀਨੀਅਰਿੰਗ ਹੋ ਗਈ ਹੈ। ਵੱਖ-ਵੱਖ ਜਿਹੜੇ ਨੇ ਸਾਡੇ ਜਿਹੜੇ ਫੀਲਡਸ ਨੇ ਇਹਨਾਂ ਦੇ ਵਿੱਚ ਅਸੀਂ ਸਕਾਲਰਸ਼ਿਪ ਭਰ ਸਕਦੇ ਹਾਂ। ਸੋ ਹੋਰ ਇਸ ਤੋਂ ਇਲਾਵਾ ਅਸੀਂ ਕਹਿੰਦੇ ਹਾਂ ਕਿ ਕਿਸ ਤਰ੍ਹਾਂ ਦੇ ਜਿਹੜੇ ਉਹ ਕੈਂਡੀਡੇਟ ਜਿਹੜੇ ਆ ਉਹ ਉਹਦੇ 'ਚ ਭਰਤੀ ਕਰਨਾ ਚਾਹੁੰਦੇ, ਕਿਹਨਾਂ ਨੂੰ ਸਕਾਲਰਸ਼ਿਪ ਦੇਣੀ ਚਾਹੁੰਦੇ ਨੇ? ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ, ਅਕੈਡਮਿਕਸ ਤਾਂ ਹੈ ਹੀ ਆ, ਦੂਸਰੇ ਕਿ ਉਹ ਟੈਲੈਂਟਡ ਹੋਣੇ ਚਾਹੀਦੇ ਕਿਸੇ ਨਾ ਕਿਸੇ ਏਰੀਆ ਦੇ ਵਿੱਚ। ਮੇਨ ਉਹਨਾਂ ਦਾ ਪਰਪਸ ਹੈਗਾ ਕਿ ਸਾਡੇ ਕੋਲੇ ਉਹ ਬੱਚਾ ਆਵੇ ਜਿਹੜਾ ਡੈਡੀਕੇਟਡ ਹੋਵੇ ਤੇ ਮੈਨਕਾਈਂਡ, ਹਿਊਮਨਕਾਈਂਡ ਦੇ ਲਈ ਸੇਵਾ ਕਰਨ ਦੇ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ। ਇਹ ਵੀ ਕੰਡੀਸ਼ਨ ਹੈ ਇਹਦੇ ਵਿੱਚ। ਹਾਂ, ਬਿਲਕੁਲ ਜ਼ਰੂਰੀ ਨਹੀਂ ਹੈ ਇਹਦੇ ਵਿੱਚ ਮੈਨੂੰ ਲੱਗਦਾ ਕੋਈ NGO ਚਲਾਉਣਾ ਹੋਣਾ ਚਾਹੀਦਾ। ਹਾਂ, ਉਹਦਾ ਪਰਸਨਲ ਇੰਟਰਸਟ ਹੋਣਾ ਚਾਹੀਦਾ। ਜਿਸ ਤਰ੍ਹਾਂ ਕਈ ਸਟੂਡੈਂਟ ਨੇ ਕਿਸੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਫ੍ਰੀ ਆਫ ਕਾਸਟ, ਜਾਂ ਕੋਈ ਇੱਦਾਂ ਦਾ ਸੋਸਾਇਟੀ ਲਈ ਕੁਝ ਕਰ ਰਹੇ ਹੁੰਦੇ ਨੇ, ਸੋਸਾਇਟੀ ਦੇ ਲਈ, ਸਾਡੀ ਅਰਥ ਦੇ ਲਈ, ਸਾਡੇ ਵਰਲਡ ਦੇ ਲਈ ਜਿਹੜੇ ਬੱਚੇ ਕੁਝ ਕਰਨਾ ਚਾਹੁੰਦੇ ਨੇ, ਅੱਗੇ ਚੱਲ ਕੇ ਟੀਮ ਵਰਕ ਦੇ ਵਿੱਚ ਪਾਰਟੀਸਪੇਟ ਕਰਕੇ, ਮਤਲਬ ਕਹਿਣ ਦਾ ਮਤਲਬ ਕੋਈ ਚੇਨ ਕ੍ਰੀਏਟ ਕਰਨਾ ਚਾਹੁੰਦੇ ਨੇ ਚੰਗੇ ਇਨਸਾਨਾਂ ਦੀ। ਸੋ ਤੁਸੀਂ ਇਹ ਸਕਾਲਰਸ਼ਿਪ ਭਰ ਸਕਦੇ ਹੋ। ਇਹਦੇ ਵਿੱਚ ਇਹ ਨਹੀਂ ਹੈ ਕਿ ਤੁਸੀਂ ਨਹੀਂ ਪ੍ਰਾਪਤ ਕਰ ਸਕਦੇ, ਤੁਸੀਂ ਹਿੰਮਤ ਕਰੋ। ਜਿਸ ਤਰ੍ਹਾਂ ਪੰਜਾਬ ਦੇ ਵਿੱਚੋਂ ਇੱਕ ਬੱਚੀ ਨੇ ਇਹ ਪ੍ਰਾਪਤ ਕੀਤੀ ਹੈ, ਤਾਂ ਮੈਨੂੰ ਲੱਗਦਾ ਕਿ ਤੁਸੀਂ ਵੀ ਪ੍ਰਾਪਤ ਕਰ ਸਕਦੇ ਹੋ। ਇਹਦੇ ਲਈ ਇੱਕ ਸਟੇਟਮੈਂਟ ਆਫ ਪਰਪਸ ਵੀ ਲਿਖਣਾ ਪੈਂਦਾ, ਮੈਨੂੰ ਲੱਗਦਾ ਇੱਕ ਲੈਟਰ ਲਿਖਣੀ ਪੈਂਦੀ ਆ। ਮੈਂ ਥੋੜਾ ਡਿਟੇਲ ਦੇ ਵਿੱਚ ਦੱਸ ਦਿੰਦਾ ਉਹਨੂੰ ਕਿ ਇੱਕ ਤਾਂ ਤੁਹਾਡੀ ਜਿਹੜੀ ਐਲੀਜੀਬਿਲਟੀ ਆ ਉਹਦੇ ਤੁਸੀਂ ਫਸਟ ਕਲਾਸ ਡਿਗਰੀ ਹੋਣੀ ਚਾਹੀਦੀ ਆ। ਦੂਸਰੀ ਤੁਹਾਡੀ ਏਜ ਦੀਆਂ ਐਲੀਜੀਬਿਲਟੀਜ਼ ਆ ਗਈਆਂ ਜਿਹੜੀਆਂ ਮੈਂ ਆਲਰੇਡੀ ਦੱਸ ਚੁੱਕਿਆ। ਤੇ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਪਹਿਲੀ ਰਿਕੁਆਇਰਮੈਂਟ ਹੋਏਗੀ ਉਹਦੇ 'ਚ ਹੋਏਗੀ ਤੁਹਾਡੀ 750 ਵਰਡਸ ਦੀ ਜਿਹੜੀ ਸਟੇਟਮੈਂਟ ਹੋਏਗੀ ਤੁਹਾਡੀ, ਨਾਟ ਮੋਰ ਦੈਨ 1000 ਵਰਡਸ ਨਾ। ਹਾਂ, ਇਹਦੇ 'ਚ 2 ਪਰਸਨਲ ਸਟੇਟਮੈਂਟ ਜਿਹੜੀ ਕਹਿੰਦੇ ਆ, ਨਹੀਂ ਪਰਸਨਲ ਸਟੇਟਮੈਂਟ ਜਿਹੜੀ 1000 ਵਰਡਸ ਦੀ ਮੈਂ ਅੱਗੇ ਚੱਲ ਕੇ ਕਰ ਰਿਹਾ। ਪਹਿਲਾਂ 750 ਵਰਡਸ ਦੀ ਜਿਹੜੀ ਐਕੈਡੈਮਿਕ ਐਕਸੀਲੈਂਸ ਦੀ ਤੁਹਾਡੀ ਸਟੇਟਮੈਂਟ ਹੋਏਗੀ। ਤੁਸੀਂ ਕਿਸ ਫੀਲਡ ਦੇ ਵਿੱਚ ਆਪਣੇ ਆਪ ਨੂੰ, ਆਪਣਾ ਟੈਲੈਂਟ ਜਿਹੜਾ ਸ਼ੋਅ ਕਰਨਾ ਚਾਹੁੰਦੇ ਹੋ, ਉਹਦੇ ਬਾਰੇ ਤੁਸੀਂ 750 ਵਰਡਸ ਲਿਖੋਗੇ। ਤੇ ਉਸ ਤੋਂ ਬਾਅਦ 1000 ਵਰਡਸ ਦੀ ਜਿਹੜੀ ਪਰਸਨਲ ਸਟੇਟਮੈਂਟ ਹੈ ਉਹ ਲੱਗ ਗਿਆ ਤੁਹਾਡੀ, ਉਹ ਵੀ ਜਾਏਗੀ।
ਤੇ ਬਾਕੀ ਸਾਰੇ ਡਾਕੂਮੈਂਟਸ ਹੋਣਗੇ ਏਜ ਦੇ ਹੋਣਗੇ, ਤੁਹਾਡੇ ਸਿਟੀਜ਼ਨਸ਼ਿਪ ਦੇ ਹੋ ਗਏ, ਤੁਹਾਡੀਆਂ ਡਿਗਰੀਜ਼ ਹੋ ਗਈਆਂ, ਇਹ ਸਾਰੇ ਡਾਕੂਮੈਂਟਸ ਜਿਹੜੇ ਨੇ ਕੰਪਲੀਟ ਤੁਹਾਡੇ ਉਹਦੇ ਨਾਲ ਅਟੈਚ ਹੋਣਗੇ ਜੀ। ਸੋ ਇਹ ਸਕਾਲਰਸ਼ਿਪ ਜਿਹੜੀ ਆ ਆਕਸਫੋਰਡ ਯੂਨੀਵਰਸਿਟੀ UK ਦੇ ਵਿੱਚ ਪੜ੍ਹਨ ਦੇ ਲਈ ਹੈ। ਤੁਹਾਨੂੰ ਵੀ ਮੌਕਾ ਮਿਲ ਸਕਦਾ ਇੰਡੀਆ ਦੇ ਵਿੱਚੋਂ 5 ਬੱਚਿਆਂ ਨੂੰ ਹਰ ਸਾਲ ਮਿਲਦੀ ਹੈ, ਮੈਨੂੰ ਲੱਗਦਾ ਹਰ ਸਾਲ ਮਿਲਦੀ ਹੈ ਇਹ। ਤੇ ਪਰ ਹੁਣ ਕੋਵਿਡ-19 ਕਰਕੇ ਇਹਨਾਂ ਦੀਆਂ ਕੁਝ ਕੰਡੀਸ਼ਨਸ ਜਿਹੜੀਆਂ ਨੇ ਚੇਂਜ ਹੋ ਸਕਦੀਆਂ ਨੇ। ਮੰਨ ਲਓ ਜੇ ਤੁਸੀਂ ਅੱਜ ਐਪਲੀਕੇਸ਼ਨ ਪ੍ਰੋਸੀਜਰ ਨੂੰ ਫੋਲੋ ਕਰ ਲੈਂਦੇ ਹੋ, ਸ਼ੁਰੂ ਕਰ ਲੈਂਦੇ ਹੋ, ਸਟਾਰਟ ਕਰ ਲੈਂਦੇ ਹੋ, ਤਾਂ ਜੇ ਕੋਈ ਵਿੱਚ ਕੋਈ ਇਹਨਾਂ ਦੀ ਕੰਡੀਸ਼ਨ ਦੇ ਵਿੱਚ ਕੋਈ ਚੇਂਜ ਆਏਗਾ ਤਾਂ ਤੁਹਾਨੂੰ ਈਮੇਲ ਦੇ ਰਾਹੀਂ ਉਹ ਨਾਲ ਦੀ ਨਾਲ ਇਨਫੋਰਮ ਕਰ ਦੇਣਗੇ, ਤੁਸੀਂ ਆਪਣੀ ਐਪਲੀਕੇਸ਼ਨ ਨੂੰ ਮੋਡੀਫਾਈ ਕਰ ਸਕਦੇ ਹੋ। ਤੇ ਇੱਕ ਇਹਦੇ 'ਚ ਮੈਂ ਹੋਰ ਗੱਲ ਐਡ ਕਰਨਾ ਚਾਹੂੰਗਾ ਕਿ ਜਦੋਂ ਤੁਸੀਂ ਐਪਲੀਕੇਸ਼ਨ ਤੁਹਾਡੀ ਇਹ ਕੰਪਲੀਟ ਹੋ ਗਈ ਆ, ਉਸ ਤੋਂ ਬਾਅਦ ਤੁਹਾਡੀ ਸ਼ਾਰਟ ਲਿਸਟਿੰਗ ਹੋਏਗੀ। ਜੇ ਤੁਸੀਂ ਸ਼ਾਰਟ ਲਿਸਟ ਹੋ ਜਾਂਦੇ ਹੋ ਤਾਂ ਤੁਹਾਡੀ ਇੱਕ ਇੰਟਰਵਿਊ ਹੋਏਗੀ, ਚਾਹੇ ਵੀਡੀਓ ਕਾਨਫਰੰਸਿੰਗ ਰਾਹੀਂ, ਚਾਹੇ ਪਰਸਨਲ ਇੰਟਰਵਿਊ ਹੋ ਜਾਵੇ। ਤੇ ਉਸ ਤੋਂ ਬਾਅਦ ਜੇ ਤੁਸੀਂ ਉੱਥੋਂ ਵੀ ਸ਼ਾਰਟ ਲਿਸਟ ਹੋ ਜਾਂਦੇ ਹੋ ਤਾਂ ਤੁਹਾਨੂੰ ਇੱਕ ਗੈਦਰਿੰਗ ਦੇ ਵਿੱਚ ਬੁਲਾ ਸਕਦੇ ਨੇ, ਜਿੱਦਾਂ ਡਿਨਰ ਦੇ ਵਿੱਚ ਬੁਲਾ ਲਿਆ। ਉਸ ਤੋਂ ਬਾਅਦ ਤੁਹਾਡੀ ਇੰਟਰਵਿਊ ਲਈ ਜਾ ਸਕਦੀ ਆ, ਉਹ ਫਾਈਨਲ ਇੰਟਰਵਿਊ ਹੋਏਗੀ। ਉਸ ਤੋਂ ਬਾਅਦ ਤੁਹਾਡਾ ਸਿਲੈਕਸ਼ਨ ਹੋਣਾ ਨਾ ਸਿਲੈਕਸ਼ਨ ਹੋਣਾ ਇਹ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਜੀ। ਡਾਕਟਰ ਸਾਹਿਬ, ਇਸ ਤੋਂ ਇਲਾਵਾ ਹੋਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਕਿਸੇ ਬੱਚੇ ਨੇ ਬਾਹਰ ਜਾਣਾ ਕਿਸੇ ਯੂਨੀਵਰਸਿਟੀ ਲਈ, ਆਪਾਂ ਕਹਿੰਦੇ ਹਾਂ ਕਿ IELTS ਕਰਨੀ ਪੈਂਦੀ ਹੈ ਜਾਂ PT ਕਰਨੀ ਪੈਂਦੀ ਹੈ, TOEFL ਕਰਨੀ ਪੈਂਦੀ ਹੈ। ਕੋਈ ਜਿੱਦਾਂ ਇਹ ਤੋਂ ਬੱਚਾ ਜਾ ਰਿਹਾ ਤਾਂ ਉਹਨੂੰ ਕੋਈ ਪ੍ਰੈਫਰੈਂਸ ਹੈ ਪ੍ਰੋਫੀਸ਼ੀਐਂਸੀ ਇੰਗਲਿਸ਼ ਵਿੱਚ ਜਾਂ ਕੁਝ ਹੋਰ? ਹਾਂ, ਪੈਸਾ ਵੀ ਇਹ ਪੁਆਇੰਟ ਮੈਂ ਤੁਹਾਨੂੰ ਕਲੀਅਰ ਕਰ ਦੇਵਾਂ ਕਿ ਜਦੋਂ ਤੁਸੀਂ ਐਪਲੀਕੇਸ਼ਨ ਜਿਹੜੀ ਆ ਭਰੋਗੇ ਉਹਦੇ 'ਚ ਲੈਂਗੁਏਜ ਪ੍ਰੋਫੀਸ਼ੀਐਂਸੀ ਦਾ ਇੱਕ ਆਪਸ਼ਨ ਆਏਗਾ, ਜਿਹਦੇ 'ਚ ਤੁਹਾਡੇ ਕੋਰਸ ਦੇ ਉੱਤੇ ਡਿਪੈਂਡੈਂਟ ਹੈ। 7 ਤੋਂ 7.5 ਬੈਂਡ ਦੀ ਵੀ ਉੱਥੇ ਰਿਕੁਆਇਰਮੈਂਟ ਹੋ ਸਕਦੀ ਹੈ ਡਿਪੈਂਡਿੰਗ ਅਪੋਨ ਯੂਰ ਕੋਰਸ। ਤੁਹਾਨੂੰ ਲਿਸਟ ਦੇ ਉੱਤੇ ਜਾ ਕੇ ਦੇਖਣਾ ਪੈਣਾ ਜੀ। ਤੇ ਮੰਨ ਲਓ ਤੁਹਾਡੇ ਕੋਲੇ ਹੁਣ ਲੈਂਗੁਏਜ ਪ੍ਰੋਫੀਸ਼ੀਐਂਸੀ ਦਾ ਪ੍ਰੂਫ ਨਹੀਂ ਹੈਗਾ ਤਾਂ ਤੁਸੀਂ ਐਪਲੀਕੇਸ਼ਨ ਨੂੰ ਫੋਲੋ ਅਪ ਕਰ ਲਓ। ਮਤਲਬ ਇਹਦਾ ਨਹੀਂ ਹੈ ਵੀ ਆਪਾਂ ਪਹਿਲਾਂ ਆਈਸ ਕਰਨੀ ਆ ਫਿਰ ਅਪਲਾਈ ਕਰਨਾ। ਉਹਨਾਂ ਨੇ ਆਪਸ਼ਨ ਦਿੱਤਾ ਹੋਇਆ ਤੁਹਾਨੂੰ, ਉਹ ਟੈਬ ਆਏਗੀ ਆਪਸ਼ਨ ਵਾਲੀ, ਉਹਦੇ ਤੁਸੀਂ ਕਲਿੱਕ ਕਰ ਸਕਦੇ ਹੋ ਤੇ ਤੁਹਾਨੂੰ ਡੈਡਲਾਈਨ ਦੇਣਗੇ। ਉਹ ਡੈਡਲਾਈਨ ਦੇ ਵਿੱਚ ਤੁਸੀਂ ਜਿਹੜਾ ਵਾ ਉਹ ਆਪਣਾ ਲੈਂਗੁਏਜ ਪ੍ਰੋਫੀਸ਼ੀਐਂਸੀ ਦਾ ਜਿਹੜਾ ਸਰਟੀਫਿਕੇਟ ਉਹ ਸਬਮਿਟ ਕਰਨਾ ਹੋਵੇਗਾ ਜੀ। ਸੋ ਜੇ ਆਪਾਂ ਪ੍ਰੋਸੀਜਰ ਦੀ ਗੱਲ ਕਰੀਏ ਤਾਂ ਡਾਕਟਰ ਸਾਹਿਬ ਨੇ ਪਹਿਲਾਂ ਦੱਸਿਆ ਕਿ ਇਹਦੇ ਵਿੱਚ ਤੁਸੀਂ SOP 750 ਫਿਰ 1000 ਵਰਡਸ ਆਪਣੀ ਪਰਸਨਲ ਸਟੇਟਮੈਂਟ, ਤਾਂ ਇਹਦੇ ਵਿੱਚ ਇੱਕ ਹੋਰ ਵੀ ਚੀਜ਼ ਹੈ ਜਿਹੜੀ ਕਿ ਰੈਫਰੈਂਸਿਸ ਬਾਰੇ ਗੱਲ ਕੀਤੀ ਗਈ ਆ, ਉਹ ਕੀ ਚੀਜ਼ ਹੈ ਇਹਦੇ ਵਿੱਚ? ਹਾਂ, ਇਹਦੇ 'ਚ ਜਿਹੜੇ ਨੇ ਟੋਟਲ 4 ਰੈਫਰੈਂਸਿਸ ਜਿਹੜੇ ਚਾਹੀਦੇ ਹੋਣਗੇ, ਜਿਨ੍ਹਾਂ ਦੇ ਵਿੱਚੋਂ 3 ਤੁਹਾਡੇ ਅਕੈਡਮਿਕ ਹੋਣਗੇ ਰੈਫਰੈਂਸਿਸ, ਜਿਹੜੇ ਤੁਹਾਨੂੰ ਤੁਹਾਡੇ ਸਕੂਲ ਜਾਂ ਕਾਲਜ ਦੇ ਜਿਹੜੇ ਟੀਚਰ ਪ੍ਰੋਫੈਸਰ ਹੋਣਗੇ, ਤੁਹਾਨੂੰ ਪਰਸਨਲੀ ਤੁਹਾਨੂੰ ਜਾਣਦੇ ਹੋਣ, ਜਿਨ੍ਹਾਂ ਨੇ ਤੁਹਾਨੂੰ ਪੜ੍ਹਾਇਆ ਹੋਵੇ ਤੇ ਤੁਹਾਨੂੰ ਵਾਚ ਕੀਤਾ ਹੋਵੇ ਇਹਨਾਂ ਨੇ ਸਾਲ 2 ਸਾਲ ਕਿ ਬੱਚਾ ਜਿਹੜਾ ਹੈ ਉਹ ਕਿਸ ਲੈਵਲ ਦੇ ਉੱਤੇ ਖੜਾ ਹੈ। ਤੇ ਚੌਥਾ ਰੈਫਰੈਂਸ ਜਿਹੜਾ ਹੈ ਉਹ ਤੁਹਾਡੇ ਕਰੈਕਟਰ ਨੂੰ ਰਿਪਰੈਜ਼ੈਂਟ ਕਰਦਾ ਹੋਣਾ ਚਾਹੀਦਾ। ਉਹ ਰੈਫਰੈਂਸ ਕੋਈ ਵੀ ਹੋ ਸਕਦਾ। ਜਿਵੇਂ ਡਾਕਟਰ ਸਾਹਿਬ ਦੱਸਿਆ ਕਿ ਤੁਹਾਨੂੰ IELTS ਦਾ ਐਗਜ਼ਾਮ ਜਿਹੜਾ ਪਾਸ ਕਰਨਾ ਪਏਗਾ, ਜ਼ਰੂਰੀ ਨਹੀਂ ਹੈ ਕਿ ਤੁਸੀਂ ਪਹਿਲਾਂ ਪਾਸ ਕਰਨਾ, ਤੁਸੀਂ ਪਹਿਲਾਂ ਅਪਲਾਈ ਕਰੋ ਤੇ ਉਸ ਤੋਂ ਬਾਅਦ ਜਿਹੜਾ ਕਿ ਉਸ ਤੋਂ ਬਾਅਦ ਇੰਟਰਵਿਊ ਹੁੰਦੀ ਹੈ, ਕੀ ਹੁੰਦਾ? ਸਭ ਤੋਂ ਪਹਿਲਾਂ ਜਿਹੜਾ ਐਪਲੀਕੇਸ਼ਨ ਹੋਏਗੀ, ਐਪਲੀਕੇਸ਼ਨ ਤੋਂ ਬਾਅਦ ਤੁਹਾਡੀ ਸ਼ਾਰਟ ਲਿਸਟਿੰਗ ਹੋਏਗੀ। ਸ਼ਾਰਟ ਲਿਸਟਿੰਗ ਤੋਂ ਬਾਅਦ ਆਪਾਂ ਆਨਲਾਈਨ ਫਾਰਮ ਭਰਨਾ, ਕੋਈ ਫਾਰਮ ਭਰਾਂਗੇ। ਹਾਂਜੀ, ਬਿਲਕੁਲ। ਤੇ ਉਸ ਤੋਂ ਬਾਅਦ ਤੁਹਾਡੀ ਇੱਕ ਵੀਡੀਓ ਕਾਨਫਰੈਂਸਿੰਗ ਰਾਹੀਂ ਜਾਂ ਪਰਸਨਲ ਇੰਟਰਵਿਊ ਇਹ ਡਿਪੈਂਡ ਕਰਦਾ। ਕੋਈ ਪੇਪਰ ਵਗੈਰਾ ਤਾਂ ਨਹੀਂ ਹੁੰਦਾ ਨਾ, ਰਿਟਨ ਟੈਸਟ ਕੋਈ ਪੇਪਰ ਕੋਈ ਲਿਖਿਆ ਤਾਂ ਨਹੀਂ ਹੋਇਆ, ਬਟ ਜੇ ਕੋਈ ਚੇਂਜ ਹੋ ਗਿਆ ਹੋਵੇ ਵਿੱਚ ਵਿਚਾਲੇ, ਕੋਈ ਰੂਲ ਚੇਂਜ ਹੋ ਗਿਆ ਤਾਂ ਤੁਹਾਨੂੰ ਇੰਟੀਮੇਟ ਕਰ ਦੇਣਗੇ ਈਮੇਲ ਦੇ ਨਾਲ ਵੀ। ਕੋਈ ਵੈਸੇ ਇੰਟਰਵਿਊ ਦਿੱਤੀ ਹੋਈ ਇਹਨਾਂ ਨੇ? ਇੰਟਰਵਿਊ ਦਿੱਤੀ ਹੋਈ ਹੈ ਜੀ। ਇੰਟਰਵਿਊਜ਼ ਵੀ 2 ਨੇ, ਇੱਕ ਇੰਟਰਵਿਊ ਹੋਏਗੀ ਜਿਹੜੀ ਵੀਡੀਓ ਕਾਨਫਰੈਂਸਿੰਗ ਰਾਹੀਂ ਜਾਂ ਤੁਹਾਨੂੰ ਪਰਸਨਲ ਬੁਲਾ ਕੇ ਹੋ ਜਾਏਗੀ। ਉਸ ਤੋਂ ਬਾਅਦ ਇੱਕ ਗੈਦਰਿੰਗ ਦੇ ਵਿੱਚ ਹੋਏਗੀ, ਜਿੱਦਾਂ ਤੁਹਾਨੂੰ ਡਿਨਰ ਦੇ ਉੱਤੇ ਸੱਦ ਲੈਣਗੇ ਸਾਰੇ ਸਟੂਡੈਂਟਸ ਨੂੰ, ਉਹਦੇ ਵਿੱਚ ਤੁਹਾਡੀ ਪਰਸਨਲ ਇੰਟਰਵਿਊ। ਹੁਣ ਕੋਵਿਡ ਕਰਕੇ ਪਹਿਲਾਂ ਫਿਰ ਸਾਰੀ ਆਨਲਾਈਨ ਹੀ ਹੋਏਗੀ ਜਾਂ ਕਿੱਦਾਂ? ਇਹ ਡਿਪੈਂਡ ਕਰਦਾ ਜੀ ਉਹਨਾਂ ਦੇ ਉੱਤੇ ਆਪਣਾ, ਕਿਉਂਕਿ ਉਹਨਾਂ ਨੇ ਲਿਖਿਆ ਹੋਇਆ ਉਹਦੇ ਵਿੱਚ ਇੱਕ ਚੀਜ਼ ਕਿ ਕੋਵਿਡ-19 ਕਰਕੇ ਸਾਡੇ ਜਿਹੜੇ ਰੂਲਸ ਨੇ ਉਹ ਟਾਈਮ ਟੂ ਟਾਈਮ ਚੇਂਜ ਹੋ ਸਕਦੇ ਨੇ। ਤੁਸੀਂ ਈਮੇਲ ਦੇ ਨਾਲ ਤੁਹਾਨੂੰ ਇੰਟੀਮੇਟ ਕਰ ਦੇਣਗੇ ਵਾਂਸ ਯੂ ਹੈਵ ਸਟਾਰਟਡ ਦੀ ਪ੍ਰੋਸੀਜਰ ਟੂ ਫਿਲ ਦੀ ਐਪਲੀਕੇਸ਼ਨ। ਸੋ ਤੁਸੀਂ ਇਸ ਸਕਾਲਰਸ਼ਿਪ ਦੇ ਲਈ, ਰੋਡਸ ਸਕਾਲਰਸ਼ਿਪ ਦੇ ਲਈ ਵੈਬਸਾਈਟ ਦੇ ਉੱਪਰ ਜਾ ਕੇ ਸਾਰੀਆਂ ਥੋਰਲੀ ਇੰਸਟਰਕਸ਼ਨਸ ਤੁਸੀਂ ਪੜ੍ਹ ਸਕਦੇ ਹੋ ਤੇ ਅਪਲਾਈ ਕਰ ਸਕਦੇ ਹੋ। ਮੈਂ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਕਰਾਂਗਾ ਕਿ ਜੇ ਤੁਹਾਡੇ 'ਚ ਕੋਈ ਟੈਲੈਂਟ ਹੈ ਤੇ ਤੁਸੀਂ ਸੁਸਾਇਟੀ ਲਈ ਕੁਝ ਕਰ ਰਹੇ ਹੋ, ਤੁਸੀਂ ਤੁਹਾਡੇ 'ਚ ਆਪਣੇ ਸੈਲਫ ਡੈਡੀਕੇਸ਼ਨ ਹੈ, ਤਾਂ ਤੁਸੀਂ ਇਹ ਸਕਾਲਰਸ਼ਿਪ ਲਈ ਐਲੀਜੀਬਲ ਹੋ ਤੇ ਤੁਸੀਂ ਸਿਲੈਕਟ ਵੀ ਹੋ ਸਕਦੇ ਹੋ। ਕਿਰਪਾ ਕਰਕੇ ਤੁਸੀਂ ਇਸ ਲਿੰਕ ਦੇ ਉੱਪਰ ਜਾ ਕੇ ਇਹਨੂੰ ਦੇਖੋ ਤੇ ਨਾਲ ਭਰੋ ਤੇ ਉਸ ਤੋਂ ਬਾਅਦ ਜਿਹੜੀ ਵੀ ਵੈਬਸਾਈਟ ਦੇ ਉੱਤੇ ਕੋਈ ਅਪਡੇਟ ਆਉਂਦੀ ਹੈ ਉਹਨਾਂ ਦੇ ਨਾਲ ਫੋਲੋ ਅਪ ਕਰੋ।